सब देखने और सुनने वालों की खिदमत में मोहब्बत भरा सलाम। यकूब साहब हमारे साथ हैं। आज यकूब साहब कुछ परेशान है, पहले इनकी परेशानी पूछते हैं। और ये दूसरी दफ़ा प्रोग्राम होने लगा है। जब पहली दफ़ा प्रोग्राम शुरू किया तो यकूब साहब से रिक्वेस्ट की कि गाली नहीं निकालें, और फिर इन्होंने गाली निकाल दी। और जब मैं वो प्रोग्राम को सेट करने लगे हम, तो पूरा ही डिलीट हो गया। तो अब यकूब साहब को दोबारा रिक्वेस्ट है कि गाली नहीं निकाली। यकूब साहब बिल्ली को आज कीजिए, की हो गया? नहीं लभदी भी जवेद साहब राती अगे ते जल्दी आ जाती घर जिस जाना वे ना ते मेरे मुंह ना ला के मुंह ला के जोर लाती है ते बोलती ते मैनू आदी मैनू बाहर कढ। मैं कहना सुथरी बड़ी कर पेशाब नहीं करती ते कर के घंटा डेढ़ फिट होके ते फिर आमदी बूहे के बाहर बारी वाले पासे मेरा बैड हुंदा ते थड़ी बोलती ते मैं बूहा खोल के चाह जाना उत्थे। मैनू पता लगदा आज राते दी गई है कि 11-12 दिन नहीं आई ते ओ अल्लाह जानदा। आज ने इत्थे मैनू सिख मिले, मेरे दोस्त ने सिख ते ਅੰਮ੍ਰਿਤਸਰ ਦੇ ਨਵਾਸ਼ੀਰਾਂ ਦੇ ਪਿੰਡ ਦੇ ਨੇ। ਉਹ ਕਹਿੰਦਾ ਯਕੂਬ ਚਾਈਨੀ ਬਿੱਲੀ ਨਹੀਂ ਛੱਡਦੇ ਜ਼ਾਲਮ ਦੇ ਬੱਚੇ। ਇਹਨਾਂ ਕੋਲ ਐਸੀ ਕੋਈ ਟੈਕਨੋਲੋਜੀ ਹੈ, ਇਹਨਾਂ ਆਪਣੀਆਂ ਵੀ ਰੱਖੀਆਂ ਨੇ। ਕਿਸੇ ਬਿੱਲੀ ਫੜ ਕੇ ਤੇਰੀ ਜਾਂ ਖਾ ਛੜੀ ਹੈ ਤੇ ਜਾਂ ਫਿਰ ਝਾੜੀ ਚ ਨਾ ਫਸ ਗਈ ਹੋਵੇ। ਕੁਦਰਤੀ ਕਈ ਵਾਰੀ ਨਾ ਤਾਰਾ ਸ਼ਾਰਾ ਹੁੰਦੀਆਂ ਨੇ ਤੇ ਕਹਿੰਦੇ ਸ਼ਿਕਾਰ ਦੇ ਮਗਰ। ਮੈਂ ਸ਼ਿਕਾਰ ਤਾਂ ਕਰਦੀ ਨਹੀਂ, ਅਸੀਂ ਘਰ ਜਿਵੇਂ ਸਭ ਬੜੀ ਮਹਿੰਗੀ ਖੁਰਾਕ ਪਾਉਂਦੇ ਆਪੂ, ਬਿਲਕੁਲ ਬੱਚਿਆਂ ਨੂੰ ਰੱਖੀ ਹੈ। ਬਾਹਰ ਤੋਂ ਖਾਂਦੀ ਕੋਈ ਸ਼ੈ ਨਹੀਂ, ਪਿਸ਼ਾਬ ਕਰਨੀ ਜਾਂਦੀ ਹੈ ਤੇ ਤੁਰਦੀ ਫਿਰਦੀ ਤੇ ਸਾਹਮਣੇ ਬੈਠੀ ਦੀ ਬੇਟਾ ਚਾਰ ਕਦਮੀ ਕਰਦੀ ਵਾਪਸ ਆ ਜਾਂਦੀ। ਫਿਰ ਅੱਲਾ ਕੀ ਆਂਦਾ ਹੀ ਜਾਣਦਾ। ਕਿੰਨੇ ਦੀ ਖੁਰਾਕ ਉਹਨੂੰ ਖਵਾ ਦਿੰਦੇ ਜੇ? ਕਿੰਨੇ ਦੀ ਖੁਰਾਕ ਖਵਾ ਦਿੰਦੇ ਜੇ ਮਹੀਨੇ ਦੀ? ਜਾਂ ਖੁਰਾਕ ਬੜੀ ਜੀ 160,000 ਉਹ ਪੱਕਾ ਲੱਗਿਆ ਮਹੀਨੇ ਦਾ। ਬਿੱਲੀ ਦਾ? ਬਿੱਲੀ ਦਾ ਲੱਗਿਆ ਜੀ ਪੱਕਾ, ਬੜੀ ਮਹਿੰਗੀ। ਮੁੰਡਾ ਮੇਰਾ ਬੱਚਿਆਂ ਨਾਲ ਤੋਂ ਛੋਟਾ ਜਿਹਾ ਨਿੱਕਾ ਜਿਹਾ 3 ਸਾਲ ਦਾ 28 ਸਾਲ ਦਾ। 160 ਯੂਰੋ ਦੇ ਵਿੱਚ ਤੇ ਇੱਕ ਫੈਮਿਲੀ ਪਾਕਿਸਤਾਨ ਪਲਦੀ ਹੈ, ਗਰੀਬ ਫੈਮਿਲੀ। ਜਾਂ 50,000 ਰੁਪਇਆ ਬਣ ਜਾਂਦਾ ਜੀ। ਫਿਰ ਕੀ ਕਰੀਏ ਹੁਣ, ਕੀ ਜਾਏ। ਉਹ ਮੁੰਡਾ ਨਿੱਕਾ ਜਿਹਾ ਤੇ ਮੈਂ ਜਾਂਦੀ 3 ਦਿਨ ਦੀ ਤੇ ਕਮਾਈ ਨੂੰ ਮੈਂ ਆਖਿਆ ਦਈ ਮੈਨੂੰ ਸਵਾਬ ਵਾਸਤੇ। ਮੇਰਾ ਦਿਲ ਪਸੰਦ ਕਰਦੇ ਆ, ਚੰਗੀ ਹੁੰਦੀ ਹੈ, ਲੋਕਾਂ ਕੋਲ ਸੁਣਿਆ। ਤੇ ਉਹ ਘਰ 'ਚ ਜਨਾਤ ਵਗੈਰਾ ਨਹੀਂ ਆਉਂਦੇ ਕਿਤੇ ਬਿੱਲੀ ਉਹ ਮੈਂ ਲਿਆਂਦੀ। ਮੁੜੇ ਪਹਿਲੇ ਵਾਲੇ ਉਹ ਜਾ ਕੇ ਨਾ ਮਹਿੰਗੀ ਮਾਰਕੀਟ ਆ, ਉੱਥੋਂ ਗੋਸ਼ਤ ਲਿਆਂਦਾ, ਇੱਕ ਖੁਰਾਕ ਕੰਪਿਊਟਰਾਈਜ਼ ਮਸ਼ੀਨ ਕਰਨ ਦੀ। ਉਹ ਜਿਹੀ ਲੱਗੀ ਆ ਨਾ, ਹੁਣ ਦੁੱਧ ਪੀਂਦੀ ਹੈ ਨਾ ਕੋਈ ਹੋਰ ਸ਼ੈ ਖਾਂਦੀ ਹੈ, ਮੁਖਤਸਰ ਇਹ ਹੈ। ਉਹ ਹੀ ਖੁਰਾਕ ਤੋਂ 160 ਯੂਰੋ ਦੀ ਪੱਕੀ ਆ। ਤੇ ਰਾਤੀ 11 ਵਜੇ ਦੀ ਗਈ, ਉਹਦੇ ਬਾਅਦ ਜਨਾਤ ਹੀ ਨਾ ਆ ਗਏ ਹੁਣ ਘਰ 'ਚ, ਕਿਉਂਕਿ ਉਹ ਗਈ ਹੈ। ਤੇ ਜਨਾਤ ਕੋਈ ਨਹੀਂ, ਜਨਾਤ ਕੋਈ ਨਹੀਂ, ਇਹ ਤਾਂ ਬਿਮਾਰੀ ਹੈ। ਮੈਨੂੰ ਮੈਂ ਪਰੇਸ਼ਾਨ ਹਾਂ, ਮੈਂ ਬਿਮਾਰ ਹਾਂ, ਤਕਲੀਫ ਹੈ। ਤੁਹਾਨੂੰ ਪਤਾ ਉਂਝ ਵੀ ਫਿਰ ਉਮਰ ਵੀ ਹੈ, 8 ਸਾਲ ਹੋ ਗਏ ਨੇ, ਗੁਰਦੇ ਸਾਫ਼ ਕਰਾਉਂਦੇ ਆ, ਬਲੱਡ ਪ੍ਰੈਸ਼ਰ ਮੇਰਾ ਬਾਈਪਾਸ ਵੀ ਹੋਇਆ ਤੇ ਮੈਨੂੰ ਦਿਲ ਨੂੰ ਤਾਂ ਮੈਂ ਸਵੇਰੇ ਪੋਲਾ ਪੂਰਾ ਸ਼ਹਿਰ ਫਿਰ ਆਇਆ। ਹੁਣ ਲੱਤਾਂ ਮੇਰੀਆਂ ਯਕੀਨ ਕਰੋ ਦਰਦ ਪਈਆਂ ਕੱਸਦੀਆਂ ਨੇ ਤੇ ਕੀ ਕਰਾਂ, ਥੱਕ ਕੇ ਆ ਕੇ ਬੈਠਾ ਘਰ। ਜੋ ਤੁਹਾਡਾ ਅੱਗੇ ਫੋਨ ਮੈਨੂੰ ਆਇਆ ਨਾ, ਉਸ ਵੇਲੇ ਮੈਂ ਦੌੜ ਲਿਆ ਪਿਆ ਬਾਹਰ ਸੜਕਾਂ ਦੇ ਵੱਲ, ਮੁੱਕੇ ਆ ਫਿਰ ਚਾਸਾ ਬੈਂਚ ਤੇ ਬਹਿ ਗਿਆ। ਚਲੋ ਜੇ ਤੇ ਉਹਦੀ ਜ਼ਿੰਦਗੀ ਹੈ ਤੇ ਲੱਭ ਜਾਏਗੀ, ਨਹੀਂ ਤੇ ਫਿਰ ਸਾਡਾ ਤੇ ਜਵੇ ਸਾਹਿਬ ਇਹੀ ਕੰਮ ਹੈ। ਨਿੱਕੇ ਉਹ ਘਰ ਦੇ ਆਪੇ ਲੜਦੇ ਨੇ, ਚੱਲਦੇ ਨੇ ਕਿੰਨੇ ਰਾਤੀ ਕੱਢੀ ਹੈ ਬਾਹਰ। ਮੈਂ ਕਿਸੇ ਨੇ ਕੱਢੀ, ਮੈਂ ਹੀ ਕੱਢੀ, ਮੈਂ ਹੀ ਕਹਿਣਾ, ਮੈਂ ਹੀ ਲਿਆਵਣਾ, ਨਿਕਲ ਗਈ ਹੈ। ਫਿਰ ਕੀ ਕਰੀਏ। ਨਹੀਂ ਤੇ ਰਾਤੀ 11 ਵਜੇ ਦੀ ਬਿੱਲੀ ਗਾਇਬ ਤੇ ਤੁਸੀਂ ਸਵੇਰੇ ਪਤਾ ਚੱਲਿਆ? ਰਾਤ ਆਰਾਮ ਨਾਲ ਸੁੱਤੇ ਰਹੇ, ਜਿਨ੍ਹਾਂ ਨੇ ਨਹੀਂ ਵੀ ਆ ਕੇ ਉਠਾਇਆ? ਕਰਨਾ ਜਾਂਦੀ ਹੈ ਬਾਹਰ 2 ਘੰਟੇ ਡੇਢ ਬਾਅਦ ਆ ਜਾਂਦੀ ਹੈ ਤੇ ਮੈਂ ਉਡੀਕਦਾ ਰਿਹਾ ਲੰਮਾ ਪਿਆ ਜਾਗਦਾ। ਮੈਂ ਪੂਰੇ ਪੌਣੇ 4 ਜਾਗਦਾ ਨੇ। ਮੇਰੀ ਆਦਤ ਹੈ 12 ਮਹੀਨੇ ਹਸਪਤਾਲ ਜਾਣਾ ਵੇ ਨਾ ਜਾਣਾ ਵੇ, ਕੁਝ ਵੀ ਹੋਵੇ, ਉੱਠ ਕੇ ਮੈਂ ਬਾਥ ਵੀ ਜਾਣਾ, ਵੁਜ਼ੂ ਕਰਨਾ, ਹੱਥ ਮੂੰਹ ਧੋਣਾ, ਅੱਲਾ ਰਸੂਲ ਨੂੰ ਬਹਿ ਕੇ ਯਾਦ ਕਰਨਾ, ਹਦੀਸਾਂ ਮੈਨੂੰ ਯਾਦ ਨੇ, ਮੈਂ ਅੱਲਾ ਦੀ ਕਲਾਮ ਹੈ ਤੇ ਮੈਂ ਪੜ੍ਹਦਾ ਰਹਿਣਾ। ਤੇ ਮੈਂ ਪੌਣੇ 4 ਉੱਠਿਆ, ਮੈਂ ਕਿਹਾ ਚਲੋ ਨਹੀਂ 2-3 ਵਜੇ ਆਈ ਤੇ ਹੁਣ ਆਈ ਹੋਵੇ ਜੀ। ਆ ਕੇ ਬੂਹੇ ਨਾਲ ਲੱਗੀ ਹੁੰਦੀ ਹੈ, ਮੈਂ ਜਿਉਂ ਹੀ ਕਿਚਨ ਦੀ ਬੱਤੀ ਬਾਲਣਾ, ਚਾਹ ਲਾ, ਮੈਂ ਠਲਕੀ ਬੜਾ ਵੱਡੀ ਸਰਗੀ, ਮੈਂ ਚਾਹ ਪੀਣਾ ਉੱਠ ਕੇ ਜਦੋਂ ਵੁਜ਼ੂ ਸ਼ੁਰੂ ਕਰਕੇ ਆਉਣਾ ਤੇ ਬੱਤੀ ਬਲੇ ਤੇ ਫੌਰਨ ਆ ਕੇ ਦਵਾਈ ਬਾਹਰ ਪਾ ਦੀ। ਮੈਂ ਬੱਤੀ ਪਾਦੀ ਹੈ, ਆਵਾਜ਼ ਮਾਰ ਮਰਵਾ ਨਾਲ ਰੱਖਿਆ ਮੁੰਡਿਆਂ ਨੇ ਉਮਰਾ ਇੰਨੀ ਇਬਾਦਤ ਕਰਦੇ ਜੇ, ਇੰਨੀ ਇਬਾਦਤ ਕਰਦੇ ਜੇ, ਇੰਨੀ ਤੁਸੀਂ ਇਬਾਦਤ ਕਰਦੇ ਜੇ, ਤਹੱਜਦ ਵੀ, ਨਮਾਜ਼ ਵੀ, ਕੁਰਾਨ ਵੀ, ਔਰ ਉਹਦੇ ਬਾਵਜੂਦ ਵੀ ਸਾਰਾ ਕੁਝ ਛੱਡਿਆ ਤਾਂ ਕਿ ਬਿੱਲੀ ਹੋਏਗੀ ਤੇ ਜਿੰਨਾਤ ਨਹੀਂ ਆਣਗੇ, ਤੇ ਇਹਦਾ ਮਤਲਬ ਇੰਨੀ ਇਬਾਦਤ ਦਾ ਕੀ ਫਾਇਦਾ? ਨਹੀਂ ਇਹ ਗੱਲ ਕੋਈ ਨਹੀਂ ਕਰਨ ਵਾਲੀ। ਕਰਮ ਵਾਲਿਓ ਜਿਹੜੀ ਨਾ ਅੱਲਾ ਦੀ ਜ਼ਾਤ ਨੇ ਜਿਹੜੀ ਚੀਜ਼ ਪੈਦਾ ਕੀਤੀ ਦੱਸਿਆ ਇਹ ਹਰਾਮ ਹੈ, ਅੱਲਾ ਨੂੰ ਕੁੱਤਾ ਹਰਾਮ ਹੈ ਨਾ, ਲੇਕਿਨ ਇਹ ਵੀ ਫਰਮਾਇਆ ਬਜ਼ੁਰਗਾਂ ਨੇ ਉਹ ਕੁੱਤਾ ਬਿਮਾਰ ਹੋਵੇ ਉਹਦਾ ਇਲਾਜ ਕਰੋ, ਉਹਨੂੰ ਨਵਾਓ, ਉਹਨੂੰ ਪੱਟੀ ਕਰੋ, ਉਹਨੂੰ ਖੁਰਾਕ ਪਾਓ, ਉਹਦੀ ਗਰਮੀ। अच्छा चलो हम दूसरे टॉपिक कल आ जाइए, असल टॉपिक कल आ जाइए, असल मौजूद वाला आ जाइए जरा पाकिस्तान प्रॉब्लम है। मौजूद वाला आ जाओ, कोई ऐसी गल नहीं है। चीज हर चीज की अपनी अपनी खुशी है। हाँ जी, हाँ कहो ना कि अपनी अपनी खुशी है, यह गल हुई ना, शौक है। अच्छा यह चीज ये है कि हुणे बड़े आराम नाल तुसीं प्रोग्राम करना, मेहनत बड़ी ज्यादा जे ते मेरे को फिर तीसरी री नहीं होना, दूसरी री तो बाद तीसरी री नहीं होना। आराम ना, किसी नूं गाल नहीं करनी, कंजर भी नहीं कहना, दसना सिर्फ कि क्यों ये सब कुछ हो रहा पाकिस्तान च, यह दसो बस। ठीक है, दसो क्यों हो रही जंग?
ਜੀ ਬਿਸਮਿल्लाहिर्रहमानिर्रहीम ਜਵੇਦ ਸਾਹਿਬ ਅਰਦੇ ਹੈ ਮੈਂ ਅੱਗੇ ਵੀ ਹਮੇਸ਼ਾ ਇਹੀ ਗੱਲ ਕਰਨਾ, ਕੋਈ ਵੀ ਗੱਲ ਕਰਨਾ ਵਾ ਜਿਹੜੀ ਫਾਈਨਲ ਹੁੰਦੀ ਹੈ ਨਾ, ਉਹ ਜੋ ਫੈਸਲਾ ਕਰਨਾ ਹੁੰਦਾ ਅੱਲਾ ਦੀ ਜ਼ਾਤ ਨੇ ਕਰਨਾ, ਬੰਦੇ ਕੋਲ ਫਾਈਨਲ ਕੋਈ ਨਹੀਂ ਹੈ ਇੱਥੇ ਦੁਨੀਆ ਦੇ ਜੋ ਵੀ ਆਇਆ ਨਾ, ਜਦੋਂ ਦੀ ਦੁਨੀਆ ਬਣੀ ਹੈ, ਜਦੋਂ ਹਜ਼ੂਰ ਪਾਕ ਨਹੀਂ ਆਏ, ਮਜ਼ਹਬ ਨਹੀਂ ਚੱਲੇ, ਪਹਿਲੇ ਵੀ ਜਿਹੜੇ ਕੌਮਾਂ ਤੇ ਨਬੀ ਆਉਂਦੇ ਤੇ ਉਹ ਜਦੋਂ ਫੈਸਲਾ ਹੁੰਦਾ ਅੱਲਾ ਦੀ ਜ਼ਾਤ ਹੀ ਕਰਦੀ ਹੈ। ਆਪਣੇ ਆਪਣੇ ਵਕਤ ਤੇ ਨਮਰੂਦ ਨੇ, ਸ਼ਦਾਦ ਨੇ, ਫਿਰੌਨ ਨੇ, ਯਜ਼ੀਦ ਨੇ, ਸਾਰਿਆਂ ਨੇ ਕਿਹਾ ਮੈਂ ਹੀ ਕਿਆਮਤ ਤੱਕ ਰਹਿਣਾ, ਤੇ ਪਤਾ ਲੱਗਾ ਨਹੀਂ ਜਦੋਂ ਗਏ ਨੇ, ਮੱਛਰ ਦੀ ਮਾਰਦੀ ਹੈ। ਤੇ ਮੈਂ ਯਾਦ ਕਰਨਾ ਪਿਆ ਜੋ ਮੇਰਾ ਆਪਣਾ ਅਕਲ ਆਖਦਾ ਆਈਡੀਆ ਆਖਦਾ, ਜੋ ਮੈਂ ਤੱਕਣਾ ਪਿਆ ਦੁਨੀਆ ਦੇ ਜੋ ਕੁਝ ਹੋਣ ਦੇ, ਜੋ ਕਿ ਅਸੀਂ ਯੂਰਪ 'ਚ ਬੰਦੇ ਕਰਦੇ ਨੇ ਪਏ ਆਪਣੀ ਜ਼ਾਤ ਪਿੱਛੇ, ਪੈਸੇ ਪਿੱਛੇ, ਜੋ ਕੋਈ ਪਾਕਿਸਤਾਨ 'ਚ ਹੁੰਦਾ ਪਿਆ ਇਸ ਵੇਲੇ ਪਾਕਿਸਤਾਨ 'ਚ ਤੁਸੀਂ ਸੂਰਤ ਕਾਫ ਪੜ੍ਹ ਲਓ, ਤੁਹਾਨੂੰ ਲੱਗੇ ਦਾ ਪਤਾ ਜੋ ਨਬੀ ਪਾਕ ਫਰਮਾ ਗਏ ਨੇ ਦਜਾਲੀ ਘੁੰਮਤ ਜੇ, ਕੋਈ MP ਨਹੀਂ ਹੈ, ਕੋਈ MN ਨਹੀਂ ਹੈ, ਕੋਈ ਸੈਨੇਟਰ ਨਹੀਂ ਹੈ, ਕੋਈ ਚੌਕੀਦਾਰ ਨਹੀਂ ਹੈ, ਕੋਈ ਜ਼ਿੰਮੇਦਾਰ ਵੀ ਜਾਲੀ ਨੇ, ਚੌਕੀਦਾਰ ਵੀ ਜਾਲੀ ਨੇ। ਕਿਉਂ? ਇਸਲਾਮ ਦੇ ਵਿੱਚ ਚੌਕੀਦਾਰ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਗਈ ਪਰ ਜਿਹੜਾ ਆ ਜਾਏ ਰਿਸਕ ਕੇ ਬਾਰੂ ਪਲਾਂਟਡ, ਜਿਹੜਾ ਮਰਜ਼ੀ ਗੰਦ ਮੰਦ ਆ ਜਾਏ ਜ਼ਿੰਮੇਦਾਰ, ਤੇ ਤੁਸੀਂ ਉਹਦੀ ਹੁਕਮਦਾਰੀ ਜਿਹੜੀ ਹੈ ਨਾ ਉਹ ਉਹਦੇ ਹੁਕਮ ਨੂੰ ਮੰਨੋ। ਇਹ ਇਸਲਾਮ ਨਹੀਂ ਆਖਦਾ। ਇਸਲਾਮ ਆਖਦਾ ਅਕਲ ਕੋਲ ਕੰਮ ਲਓ, ਗੈਰਤ ਕੋਲ ਕੰਮ ਲਓ, ਤਾਂ ਇਹ ਜਿਹੜਾ ਸਾਡੇ ਪਰ ਜ਼ਿੰਮੇਦਾਰ ਹੈ ਚੌਕੀਦਾਰਾਂ ਤੇ, ਇਹ ਮੁਲਕ ਵਾਸਤੇ ਮੁਹਿੱਬੇ ਵਤਨ ਹੈ, ਇਹ ਜੋ ਕੁਝ ਕਰਦਾ ਪਿਆ ਜਾਇਜ਼ ਕਰਦਾ ਪਿਆ। ਇਹਨੇ ਮੁਲਕ 'ਚ ਅੱਗ ਨਹੀਂ ਬਾਲੀ, ਇਹ ਪੂਰੀ ਕੌਮ ਵਾਸਤੇ ਦਰਿੰਦਾ ਨਹੀਂ ਬਣਿਆ। ਉਹ ਚਲੋ ਉਹ ਤੇ ਬਣਿਆ, ਇਹ ਤੇ ਗੱਲਾਂ ਹੋ ਗਈਆਂ। ਇੰਡੀਆ ਹਮਲਾ ਕਰਨ ਲੱਗਾ, ਉਹ ਕਹਿੰਦਾ ਮੈਂ ਛੱਡਣਾ ਨਹੀਂ ਤੁਹਾਨੂੰ। ਮੈਂ ਇਹ ਤੁਹਾਨੂੰ ਦੱਸਣ ਲੱਗਾ ਜਵੇਦ ਸਾਹਿਬ, ਮੈਨੂੰ ਇੱਕ ਮਿੰਟ ਟਾਈਮ ਤੇ ਦਿਓ ਨਾ, ਮੈਂ ਇਹ ਯਾਦ ਕਰਨਾ ਪਿਆ ਇੰਡੀਆ ਹਮਲਾ ਨਹੀਂ ਕਰਦਾ ਪਾਕਿਸਤਾਨ ਤੇ। ਅੱਛਾ, ਇਹ ਸਾਡੇ ਜਿਹੜੇ ਪਾਕਿਸਤਾਨੀ ਦਜਾਲ ਨੇ, ਜਿਹੜੇ ਵਿਕੇ ਨੇ, ਜਿਨ੍ਹਾਂ ਪਾਕਿਸਤਾਨ ਤੇ ਲੱਗ ਕੇ ਬਾਜਵੇ ਤੋਂ ਅੱਜ ਤੱਕ ਇਹਨਾਂ ਕੋਈ ਜ਼ੁਲਮੋ ਬਲਬਰੀਅਤ, ਇਹ ਕੌਮ ਬੇਗੈਰਤ ਹੋ ਗਈ ਹੈ। ਇਹ ਕੌਮ ਨੂੰ ਜੇਕਰ ਗੈਰਤ ਹੁੰਦੀ, ਖੁਦਾ ਦੀ ਕਸਮ ਰੋਂਦੇ ਨੇ। ਮੈਂ ਤੇ ਫਿਰ ਖਬਰਾਂ ਸੁਣ ਲੈਣਾ ਜਿਹੜੇ ਬੰਦੇ ਆਦੇ ਨੇ ਅਸੀਂ ਵੀਰੇ ਲੱਗੇ ਅਪੀਲ ਕਰਨ, ਵੀਰੇ ਵਾਲਾ ਕੌਣ ਜੇ, ਉਹਦੀ ਸ਼ਕਲ ਤੱਕ ਲਈ ਉਲਟੀ ਆ, ਜ਼ਾਲਮ ਦੇ ਉਹ ਬੱਚੇ, ਉਹ ਖੁਦਾ ਨਾਰਾਜ਼ ਹੋ ਜਾਂਦਾ। ਮੈਂ ਟੀਵੀ ਗੇਰੇ ਕਰ ਸਕਦਾ, ਤਰੱਕੀ ਗੰਦਗੀ ਦਾ ਢੇਰ ਹੈ, ਗਟਰ ਹੈ। ਇੱਕ ਜਮਾਤ ਉਹ ਪੜ੍ਹੀ ਨਹੀਂ ਕਿ ਤੁਸੀਂ ਕੋ ਖੌਫੇ ਖੁਦਾ ਕਰੋ, ਅਪੀਲ ਕਰਨੀ ਹੈ ਰੱਬ ਅੱਗੇ ਕਰੋ, ਰੱਬ ਦੇ ਰਸੂਲ ਅੱਗੇ ਕਰੋ, ਜਾਂ ਕੋਈ ਤੁਹਾਡਾ ਲੀਡਰ ਮੁਖਲਸ ਹੋਵੇ। ਹਾਂ ਇੰਡੀਆ ਹੈ ਨਾ, ਉਹ ਮੂਜੀ ਕੇ ਕਰ ਸਕਦੇ ਨੇ, ਉਹ ਹਿੰਦੂ ਹੈ, ਉਹ ਦੁਸ਼ਮਣ ਹੈ ਇਸਲਾਮ ਦਾ, ਉਹ ਕਰ ਸਕਦੇ ਨੇ। ਨਸਰੀਆ ਹੋ ਗਈ ਯਹੂਦੀ ਉਹ ਕਰ ਸਕਦੇ ਨੇ, ਟਰੰਪ ਅੱਗੇ ਅਮਰੀਕਾ ਕਰੇ ਕਰ ਸਕਦਾ। ਉਹ ਤੁਸੀਂ ਕਿਹਦੇ ਅੱਗੇ ਅਪੀਲ ਕਰਦੇ ਹੋ? ਹਕੂਮਤ ਹੈ ਜੇ ਤੁਹਾਡੇ ਪਾਕਿਸਤਾਨ 'ਚ, ਦੱਸੋ ਮੈਨੂੰ ਕੋਈ ਸਦਰ ਹੈ ਜੇ, ਵਜ਼ੀਰ ਆਜ਼ਮ ਹੈ ਜੇ, ਕੋਈ ਜ਼ਿੰਮੇਦਾਰ ਹੈ ਜੇ, ਕੋਈ ਚੌਕੀਦਾਰ ਹੈ ਜੇ, ਕੋਈ MP ਪੂਰਾ ਮੁਲਕ ਹਾਈਜੈਕ ਹੋਇਆ। ਅਰਬਾਂ ਦੀ ਦਿਹਾੜੀ ਵੀ ਲੱਗਦੀ ਇੱਕ ਦਿਨ ਦੀ। ਜਵੇਦ ਸਾਹਿਬ ਇਮਰਾਨ ਖਾਨ ਉਹ ਹੀ ਪੈਟਰੋਲ ਦੂਣੀ ਕੀਮਤ ਤੇ 150 ਦਾ ਵੇਚਦਾ ਰਿਹਾ, ਅੱਜ ਪੈਟਰੋਲ ਅੱਧੀ ਕੀਮਤ ਤੇ ਹੋਇਆ 250 ਦਾ। ਤੇ ਕੀ ਜਾਣਦੇ ਜਿਹੜੀ 150 ਦੀ 1 ਲੀਟਰ ਵਿੱਚ ਕਿੰਨੇ ਲੀਟਰ ਉਹ ਤੇਲ ਪਾਕਿਸਤਾਨ ਕੌਮ ਚ ਕਦੇ ਨਹੀਂ ਸੋਚਦੇ ਹੀ ਨਹੀਂ। ਅਰਬਾਂ ਦੀ ਦਿਹਾੜੀ ਵੀ ਲਾਉਂਦੇ ਨੇ ਜ਼ਿੰਮੇਦਾਰ, ਤੇ ਇਹ ਜਿਹੜੇ ਬੈਠੇ ਨੇ ਹੁਣ ਹਕੂਮਤ ਕਿਹੜੀ ਹੈ? ਬਸ ਕੁਝ ਜਿਹੜੇ ਨੇ ਉਹ ਤੇ ਹੈ ਹੀ ਪਹਿਲਾਂ ਜਿਹੜੇ ਨੇ ਮੁਤਮਈਨ ਉਹ ਨੇ, ਮੁਤਮਈਨ ਉਹ ਨੇ, ਬੜੀ ਮਿਹਰਬਾਨੀ। ਜਿਹੜੇ ਬਾਕੀ ਜਿਹੜੇ ਤਰੀਕੇ ਇਨਸਾਫ ਦੇ ਨਾਂ ਤੇ ਬਣੇ ਉਹ ਉਹਨਾਂ ਤੋਂ ਵੀ 4 ਪੱਤਰ ਵੱਧ ਨਿਕਲੇ ਨੇ। ਉਹ ਅੱਗੂ ਸੋਚ ਲਿਓ, ਉਹ ਮੈਂ ਦੱਸਦਾ ਨਾ, ਮੇਰੀ ਪਾਕਿਸਤਾਨੀ ਕੌਮ ਸੁਣ ਲਓ, ਮੈਂ ਅੱਗੂ ਜੋ ਕੁਝ ਜਦੋਂ ਉਹ ਕਹਿਣ ਤਾਂ ਸਮਝੋ ਕਿ ਗਾਲ ਕੱਢ ਦਿੱਤੀ। ਨਹੀਂ ਗੱਲ ਨਹੀਂ, ਤੁਸੀਂ ਉਹ ਨੇ ਇਹ ਜਿਹੜੇ ਨੇ ਜਿਹੜੇ ਤਰੀਕੇ ਇਨਸਾਫ ਜਿਹਨੂੰ ਮੌਕਾ ਨਹੀਂ ਸਾਰੀ ਜ਼ਿੰਦਗੀ ਮਿਲਿਆ, ਉਹ ਯਕੀਨ ਕਰੋ ਅੱਜ ਮੈਂ ਗੱਲ ਸੁਣੀ ਹੈ ਜਿਹਨਾਂ 'ਚ ਗੈਰਤ ਹੁੰਦੀਆਂ ਨੇ ਕੁਝ, ਜਾਂ ਜਿਹੜੇ ਰੱਬ ਕਿਸੇ ਦੇ ਮੂੰਹ 'ਚ ਕਢਾਣੀ ਚਾਹੇ ਸੱਚੀ ਗੱਲ, ਤੇ ਮੁਖਤਾਰ ਸਕਰੀਫ ਕੋਲ ਵੀ ਕੰਮ ਲੈਂਦੇ ਆ, ਯੂਜ਼ੀ ਹੋਈ ਮਰਵਾਈ, ਹਾਲਾਂਕਿ ਉਹ ਵੀ ਇਹੋ ਜਿਹੀ ਹੈ, ਬਾਅਦ 'ਚ ਮੁਰਤਾਦੀ ਹੋਇਆ। ਅੱਜ ਉਹ ਭੁੱਟੋ ਦੇ ਪੋਤਰੇ ਨੇ ਯਕੀਨ ਕਰੋ ਆਖਿਆ ਕਿ ਮੈਂ PTI ਹਾਂ, ਮੈਂ ਆਈ ਲਵ ਯੂ ਇਮਰਾਨ ਖਾਨ, ਉਹ ਸੱਚਾ ਹੈ। ਤੇ ਪਰ ਤੱਕਿਆ ਸੁਣਿਆ ਨਹੀਂ ਚਾਰ ਵਕਤ ਉਹਦੇ। ਅੱਛਾ ਇਹ ਦੱਸੋ ਹੁਣ, ਮੁਰਤਜ਼ਾ ਭੁੱਟੋ ਦੇ ਮੁੰਡੇ ਦੇ ਉਹਨੇ ਕਿਹਾ ਆਈ ਲਵ ਇਮਰਾਨ ਖਾਨ, ਇਮਰਾਨ ਖਾਨ ਸੱਚਾ ਹੈ, ਮੈਂ ਵੀ PTI ਹਾਂ। ਅੱਛਾ ਮੇਰੀ ਜਿਹੜੀ ਸੱਚਾਈ ਹੁੰਦੀ ਹੈ ਕਿਸੇ ਨੇ ਆਖਿਆ ਰੁਕ ਨਹੀਂ ਸਕਦੀ। ਇਹਨਾਂ 'ਚ ਜੇ ਉਹ ਚੀਜ਼ ਹੋਵੇ ਮਰਦਾਂ ਵਾਲੀ, ਇਹਨਾਂ ਨੂੰ ਕਬਰ ਯਾਦ ਆਵੇ, ਖੁਦਾ ਰਸੂਲ ਯਾਦ ਆਵੇ, ਮੁਸਲਮਾਨ ਇਹਨਾਂ ਨੂੰ। ਤੁਸੀਂ ਮੇਰਾ ਨਿੱਕਾ ਮੁੰਡਾ ਨਾ, ਤੇ ਉਹ ਆਇਆ 3 ਸਾਲ ਦਾ, 28 ਸਾਲ ਹੋ ਗਿਆ, ਉਹ ਪਾਕਿਸਤਾਨੀ 25 ਸਾਲ ਗਿਆ, ਉਹਨੂੰ ਆਪਣੀ ਜ਼ੁਬਾਨ ਕੋਈ ਨਹੀਂ ਆਉਂਦੀ। ਤੇ ਕਦੇ ਮੇਰੇ ਕੋਲ ਨਹੀਂ ਬੈਠਾ, ਕਿਤੇ ਬਾਈ ਦਾ ਵੀ 5 ਮਿੰਟ ਪਵੇ। ਤੇ ਪਰਸੋਂ ਆਇਆ ਤੇ ਇੱਕ ਤਕਰੀਰ ਪਿਆ ਕਰੇ ਜ਼ਿੰਮੇਦਾਰ,
ਤੇ ਉਹ ਜਮੀਦਾਰ ਦੀ ਸ਼ਕਲ ਦਾ ਕਿਹਾ ਤੇ ਉਹ ਆਦਾ ਅੱਬਾ ਇਹ ਕੌਣ ਹੈ ਜਿਹਨੇ ਵਰਦੀ ਪਾਈ ਹੈ ਜਮੀਦਾਰ ਜਿਹੜਾ। ਮੈਂ ਕਿਹਾ ਪੁੱਤਰ ਦਾ ਨਾਂ ਨਾਲ ਜ਼ਬਾਨ ਫਰੀਦ ਹੋ ਜਾਂਦੀ ਹੈ। ਤੇ ਮੈਨੂੰ ਆਦਾ ਵਾ ਜਿਸ ਵੇਲੇ ਲੱਗੀ ਹੈ ਬੋਲਣ ਇਟਾਲੀਅਨ ਤੇ ਲੀਡਰੀ ਜੀ ਨਹੀਂ ਬੋਲਦੇ, ਇਹ ਜਿਸ ਵੇਲੇ ਬੋਲਦਾ ਇਹਦਾ ਨੱਕ ਵੱਖਰਾ ਗੱਲ ਇਹ ਇਟਲੀ ਚੱਲ ਰਿਹਾ ਡਾਂਸ ਬੱਲਾਰੇ ਆਦਾ ਦਾ ਨੱਕ ਬੱਲਾਰੇ ਕਰਦੇ ਪਿਆ, ਮੂੰਹ ਇਹਦਾ ਡਿੰਗਿਆ, ਦੰਦ ਦੇ ਚ ਤੱਕੋ ਤੇ ਇੰਝ ਹੱਥੀ ਪੈਂਦਾ ਪਿਆ, ਆਖੀ ਦੇ ਗਲੇ ਕੁਛ ਹੈ ਅੜੀ ਹੈ ਉਹ ਬਾਹਰ ਕੱਢਦਾ ਪਿਆ। ਇਹ ਤਕਰੀਰ ਨਹੀਂ ਹਾਲੇ ਸਾਡੇ ਇੱਥੇ ਇਟਾਲੀਅਨ ਲੀਡਰ ਨਾਲ ਗੱਲ ਕਰਦੇ ਨੇ ਮੁੱਤ ਆਰਾਮ ਨਾਲ। ਮੈਂ ਕਿਹਾ ਪੁੱਤਰ ਉਹਨਾਂ ਦੇ ਅੰਦਰ ਕੋਈ ਚੀਜ਼ ਨਹੀਂ ਫਸੀ ਹੁੰਦੀ, ਉਹ ਚੋਰ ਨਹੀਂ ਹੁੰਦੇ, ਉਹ ਮੁਤਮੈਨ ਉਹ ਮੁਲਕ ਦੇ ਲੀਡਰ ਨੇ, ਉਹ ਆਵਾਮ ਦੀਆਂ ਵੋਟਾਂ ਲੈ ਕੇ। ਇੱਥੇ ਮੈਂ ਜਵੇਦ ਸਾਹਿਬ 6-7 ਵਾਰੀ ਵੋਟ ਪਾਈ ਜੇ, ਅੱਲਾ ਦੀ ਕਸਮ ਜਾਈਦਾ ਪੁਲਿਸ ਵਾਲੇ 3 ਬਾਕਸ ਹੋਤੇ ਹੁੰਦੇ ਨੇ, ਕੋਈ ਇੱਥੇ ਵੋਟ ਅੱਛਾ ਜੰਗ ਵਾਲ ਆ ਜਾਈਏ, ਛੱਡ ਦਿਓ ਇੱਥੇ ਤੇ ਵੋਟ ਨੂੰ ਛੱਡ ਦਿਓ, ਜੰਗ ਵਾਲ ਆ ਜਾਈਏ, ਇਹਦਾ ਮਤਲਬ ਸਾਰਾ ਡਰਾਮਾ ਚੱਲ ਰਿਹਾ। ਸਭ ਡਰਾਮਾ ਚੱਲਦਾ ਜਿੱਦਾਂ ਦੁਆਈ ਖੁਦਾ ਦੀ ਹੈ, ਇੰਡੀਆ ਡਰਾਮਾ ਨਹੀਂ ਕਰਦਾ ਪਿਆ। ਇਹ ਜਿਹੜੇ ਸਾਡੇ ਨੇ ਨਾ ਫਿਰ ਤੁਸੀਂ ਆਖਦੇ ਹੋ ਮੈਂ ਉਹ ਹੀ ਆਖਦਾ ਹੋਰ ਨਹੀਂ ਆਖਦਾ, ਇਹ ਲੰਮੇ ਪਏ ਜੇ ਇਹਨਾਂ ਨੇ ਇਤਨੇ ਕਿ ਜ਼ੁਲਮ ਕਰਦੇ ਨੇ, ਅਰਬਾਂ ਦੀ ਖਰਬਾਂ ਲੁੱਟ ਕੇ ਬਾਹਰ ਲੈ ਗਏ ਨੇ। ਜਿਹੜਾ ਬੰਦਾ ਕੁੱਲੀ ਭਰਤੀ ਹੋਇਆ ਸਾਲ ਰਿਹਾ ਰੇਲਵੇ ਲਾਹੌਰ ਚ, ਉਹ ਬੰਦਾ ਕੁੱਲੀ ਨਹੀਂ ਚੱਲ ਸਕਿਆ, ਉਹਨੇ ਬੰਦੇ ਵੈਲਡ 4 ਬੰਦਿਆਂ ਰਲ ਕੇ ਤੁਹਾਡੇ ਸਰਦਾਰਾਂ ਨਾਲ ਬਹਿਣ ਉੱਠਣ ਨੇ, ਉਹ ਕੀ ਕਹਿੰਦੇ ਕੀ ਹੋਣਾ ਕੀ ਚੱਲ ਰਿਹਾ ਇੱਥੇ ਤੁਹਾਡੇ, ਕਿਉਂਕਿ ਯਾਰ ਦੋਸਤ ਕਾਫੀ ਸਰਦਾਰ ਨੇ ਨਾ ਪੁਰਾਣੇ ਬੁੱਢੇ ਮੇਰੇ ਬੜੇ ਯਾਰ ਨੇ, ਕੁਝ ਵਿੱਚ ਪਾਕਿਸਤਾਨ ਨੂੰ ਆਏ ਨੇ, ਇੱਕ ਦੋ ਕੋਇਟੇ ਤੋਂ ਆਏ ਆ, ਕੋਈ ਫੈਸਲਾ ਉਹ ਆ ਰਹੇ ਨੇ ਯਕੂਬ ਅਸੀਆਂ ਨੇ ਖੁਦਾ ਦੀ ਕਸਮ ਲੜਾਈ ਲੱਗੇ ਪਰ ਲੜਾਈ ਹੋਣੀ ਕੋ ਨਹੀਂ, ਦਵਾਈ ਖੁਦਾ ਦੀ। ਅੱਛਾ ਇੰਡੀਆ ਨੂੰ ਵੀ ਤਾਂ ਮਸਲਾ ਹੈ ਨਾ ਕਿ ਪੰਜਾਬ ਉਹਦੇ ਨਾਲ ਨਹੀਂ ਹੈ, ਪੰਜਾਬ ਦੇ ਵਿੱਚ ਇੰਡੀਆ 'ਚ ਵੀ ਤਾਂ ਮਸਲਾ ਹੈ ਜੇ ਪਾਕਿਸਤਾਨ 'ਚ ਬਲੋਚਿਸਤਾਨ ਖੈਬਰ ਪਖਤੂਨਖਵਾ ਤੇ ਪੰਜਾਬ 'ਚ ਇੰਡੀਆ ਲਈ ਵੀ ਤਾਂ ਸਿੱਖਾਂ ਦਾ ਪ੍ਰੋਬਲਮ ਹੈ ਨਾ। ਪੰਜਾਬ ਨਹੀਂ ਉਹ ਆਦਾ ਯਕੂਬ ਇੰਡੀਆ ਦੇ ਕਦੇ 6 ਹਿੱਸੇ ਹੋਣੇ ਨੇ, ਉਹਦਾ ਸਾਡਾ ਈਮਾਨ ਹੈ। ਇਹ ਜਿਹੜਾ ਇਹਨਾਂ ਜ਼ੁਲਮ ਹਿੰਦੂਆਂ ਨੇ ਕੀਤੇ ਨਾ ਧੱਕੇ ਨਾਲ ਇਹਨਾਂ ਕਬਜ਼ਾ ਕੀਤੇ, ਉਹਦਾ ਸਾਡੇ ਨਾਲ ਖੈਰ ਦੂਜਿਆਂ ਨਾਲ ਵੀ ਰਿਆਸਤੀ ਹੁੰਦੀ ਹੈ, ਮੁਸਲਮਾਨਾਂ ਨਾਲ ਵੀ ਹੁੰਦੀ ਹੈ, 5-4 ਰਿਆਸਤਾਂ ਜਿਹੜੀਆਂ ਕਲੀਅਰ ਉੱਥੇ ਮੁਸਲਮਾਨ ਹੀ ਨੇ ਖਾਲੀ ਇੰਡੀਆ ਵਿੱਚ, ਲੇਕਿਨ ਉਹਦਾ ਸਾਡੇ ਵਾਸਤੇ ਤੇ ਇਹਨਾਂ ਹਿੰਦੂਆਂ ਨੇ ਸਿੱਖਾਂ ਵਾਸਤੇ ਖਾਸ ਕਰ ਸਰਦਾਰਾਂ ਵਾਸਤੇ, ਕਿਉਂਕਿ ਸਾਡਾ ਜਿਹੜਾ ਮਜ਼ਹਬੀ ਪੇਸ਼ਵਾ ਕਿ ਤੁਹਾਡੇ ਮੁਸਲਮਾਨਾਂ ਵਾਸਤੇ ਮੱਕਾ ਤੇ ਮੁਕਰਮ ਹੈ, ਸਾਡੇ ਵਾਸਤੇ ਗੁਰੂ ਨਨਕਾਣਾ ਸਾਹਿਬ, ਅਸੀਂ ਉੱਥੇ ਜਾਣਾ ਹੁੰਦਾ ਲਾਜ਼ਮੀ। ਸਾਡੀ ਆਦਤ ਪੰਜਾਬ ਨਾਲ ਮਿਲਦੀ ਹੈ, ਸਾਡੀ ਜ਼ੁਬਾਨ ਮਿਲਦੀ ਹੈ, ਸਾਡਾ ਲਿਬਾਸ ਮਿਲਦਾ, ਸਾਡਾ ਕਲਚਰ ਮਿਲਦਾ, ਸਾਡਾ ਜ਼ਮੀਰ ਮਿਲਦਾ। ਉਹ ਆਦੇ ਨਾ ਬੋਲ ਕੇ ਆਦੇ ਨਾ ਸਾਨੂੰ ਪਤਾ ਹੈ ਮੁਸਲਮਾਨ ਪੰਜਾਬ ਮੁਸਲਮਾਨਾਂ ਦਾ ਦਿਲ ਦੁਖਦਾ ਜਦੋਂ ਪੰਜਾਬ ਤੇ ਬੰਬ ਮਜਬੂਰੀ ਮਾਰਦੇ ਨੇ, ਘੇਰੇ ਜਾਣ ਕੋਸ਼ਿਸ਼ ਕਰਦੇ ਨੇ, ਉਹ ਆਦੇ ਨੇ ਸਾਡੇ ਨਾਲ ਮੁਸਲਮਾਨ ਜੰਗ ਨਹੀਂ ਕਰਦੇ ਇੰਡੀਆ। ਇਹ ਦੱਸੋ ਇੱਕ ਬੜਾ ਅਹਿਮ ਸਵਾਲ ਹੈ, ਸਾਡੇ ਜਿਹੜੇ ਫਜ਼ਲ ਰਹਿਮਾਨ ਗਰੁੱਪ ਜਾਂ ਦੂਸਰੇ ਤੀਸਰੇ ਉਹ ਚੰਦ ਦੇਖਣ ਵਾਲੀ ਸਰਕਾਰ ਜਿਹੜੀ ਹੈ ਜਿੰਨਾ ਪੂਰੇ ਸਾਲ 2-3 ਵਾਰੀ ਦੱਸਣਾ ਕਿ ਚੰਦ ਨਜ਼ਰ ਆ ਗਿਆ, ਉਹਨਾਂ ਦੇ ਕੋਈ ਬਿਆਨ ਸ਼ਿਆਨ ਆਏ ਜੰਗ ਵੱਲੋਂ? ਉਹ ਕਰਮ ਵਾਲੇ ਉਹ ਇਸ ਵੇਲੇ ਪੂਰਾ ਪਾਕਿਸਤਾਨ ਜਿਹੜਾ ਹੈ ਨਬੀ ਪਾਕ ਨੇ ਜੋ ਫਰਮਾਏ ਉਹ ਦਜਾਲ ਆਵੇਗਾ, ਉਹ ਇੱਕ ਹੱਥ ਲੋਕਾਂ ਨੂੰ ਜੰਨਤ ਆਏਗਾ, ਦੋ ਖਾਏਗਾ ਇਸ ਵੇਲੇ, ਔਰ ਜੋ ਜੰਨਤ ਖਾਏਗਾ ਉਹ ਦੋ ਖਾਵੇਗਾ, ਔਰ ਜੋ ਦੋ ਖਾਵੇਗਾ ਜੰਨਤ ਖਾਏਗਾ। ਤਾਂ ਕਿਉਂ ਹੁੰਦਾ ਪਾਕਿਸਤਾਨ ਪਿਆ? ਕਿਹੜੇ ਬੰਦੇ ਜਹਾਜ਼ ਲੈ ਕੇ ਫਿਰਦੇ ਨੇ, ਜਿਨ੍ਹਾਂ ਨੂੰ ਸਾਈਕਲ ਮੰਗਿਆ ਕੋਈ ਨਹੀਂ ਦਿੰਦੇ ਆ, ਬੰਦਾ ਜਿਹੜੇ ਗਦਾਹ ਮੰਗ ਕੇ ਪਰੇ ਨੇ ਮੁਲਕ ਕਬਜ਼ਾ ਕਰਕੇ ਬਹਿ ਗਏ ਨੇ। ਜ਼ੁਲਮ ਦੀ ਕਿਆਮਤ ਇੰਤਹਾ ਹੈ। ਹੁਣ ਇਹ ਛੱਡਣ ਲਈ ਤਿਆਰ ਨੇ, ਇਹ ਮੁਲਕ ਛੱਡਦੇ ਨੇ। ਉਹ ਕਿਸੇ ਆ ਕੇ ਆ ਉਹ ਕੰਬਲ ਵਾਲੀ ਗੱਲ ਦਰਿਆ ਚ ਉਹ ਬੰਦਾ ਤੇ ਛੱਡਦਾ, ਉਹਨੂੰ ਕੰਬਲ ਨਹੀਂ ਛੱਡਦਾ, ਉਹ ਰਿਛਾ ਆ। ਇੰਨਾ ਜ਼ੁਲਮ ਬਾਜਵੇ ਤੋਂ ਲਾ ਕੇ ਹੁਣ ਤੱਕ ਜਿਤਨੇ MP MNA ਫਜ਼ਲੰਡੂ ਥਾਈਲੈਂਡੀਆ, ਉਹ ਵਲੀ ਖਾਨ ਦਾ ਮੁੰਡਾ ਜਮੇਦਾਰ MQM ਪੀਪਲ ਬਾਈ ਨੋਨ, ਇਹਨਾਂ ਇਤਨੇ ਕੀ ਕੌਮ ਤੇ ਜ਼ੁਲਮ ਕੀਤੇ ਨੇ, ਇੰਨਾ ਕੀ ਲੁੱਟ ਲਿਆ, ਇੰਨਾ ਕਰਜ਼ਾ ਹੀ ਦੱਬਿਆ। ਇਹਨਾਂ ਨੂੰ ਇਹ ਪਤਾ ਵਾ ਜੇ ਹੁਣ ਇਮਰਾਨ ਆਵੇ ਨਾ ਤੇ ਸਾਡੀ ਜ਼ਿੰਦਗੀ ਬਾਕੀਆਤ ਨਹੀਂ। ਆਲਾ ਉਹ ਦਰਿੰਦਾ ਨਹੀਂ, ਉਹ ਮੁਖਲਸ ਮੁਹਿੱਬੇ ਵਤਨ। ਅੱਛਾ ਮੈਂ ख्वाजा असद ਦੀ ਤਕਰੀਰਾਂ ਦੇਖ ਰਿਹਾ ਸੀ ਪਿਛਲੀਆਂ, ਉਹ ਪਾਰਲੀਮੈਂਟ 'ਚ ਕਹਿਣ ਡਿਆ ਸੀ ਕਿ ਅੱਜ ਤੱਕ ਪਾਕਿਸਤਾਨੀ ਫੌਜ ਨੇ ਕੋਈ ਜੰਗ ਹੀ ਨਹੀਂ ਜਿੱਤੀ, ਔਰ 2-3 ਉਹਦੀਆਂ ਤਕਰੀਰਾਂ ਮੇਰੇ ਕੋਲ ਰਿਕਾਰਡ ਹੈਗੀਆਂ ਨੇ ख्वाजा असद ਦੀਆਂ। ਔਰ ਕਰਵਾ ਲਿਓ ਤੁਸੀਂ ख्वाजा असद ਨਾ ਹੀ ਨਾ ਲਓ, ਉਹ ਫਿਰ ਤੁਸੀਂ ਆਖਦੇ ਹੋ ਲਫ਼ਜ਼ ਨਹੀਂ ਆਖਣਾ, ਉਹ ਹੈ ਇਹ ਜਿਹੜੇ 15 ਸਾਲ ਤੋਂ ਛੋਟਾ ਹੋਣਾ ਉਹ ਕੰਮ ਕਰਦਾ ਹੋਣਾ, ਇਹਨੂੰ ਛੱਡ ਦਿਓ, ਉਹ ਬੜਾ ਵੱਡਾ ਉਹ ਹੈ। ਚਲੋ ਠੀਕ, ਇਹ ਤੀਜੀ ਵਾਰੀ ਉਹ ਮੈਂ ਕਹਿੰਦਾ ਉਹ ਦੁਨੀਆ ਤੇ ਇੱਕ ਗੰਦੇ ਨਾਲੇ ਗਟਰ ਦਾ ਕੀਲ ਹੈ। ਤੀਜੀ ਵਾਰੀ ਉਹ ਇੱਕ ਵਾਰੀ ਨਵਾਜ਼ ਸ਼ਰੀਫ ਨੂੰ ਬਣਾਇਆ ਧੱਕੇ ਨਾਲ ਫੌਜ ਕੋਲ ਮਦਦ ਲੈ ਕੇ, ਇੱਕ ਵਾਰੀ ਬਾਜਵੇ ਖੁਦ ਨੂੰ ਬਣਾਇਆ, ਇਹ ਹੁਣ ਇਹਨੂੰ ਤੀਜੀ ਵਾਰੀ ਉਹ ਜ਼ਿੰਮੇਦਾਰ ਨੇ ਬਣਾਇਆ। 15 ਮਿੰਟ ਦਾ ਪ੍ਰੋਗਰਾਮ ਹੋ ਗਿਆ, ਬੜਾ ਬਿੱਲੀ ਮਿਲ ਜੇ ਤੇ ਫਿਰ ਦੱਸ ਦੇਣਾ ਸਾਨੂੰ, ਠੀਕ ਹੈ।
मैं अर्ज करना पिया जवेद साहब, मैं ये अर्ज करना, मेरी अपील है पूरी पाकिस्तानी कौम अगे, ना थोड़ा कोई सदर जे, ना कोई वज़ीर आज़म जे, ना कोई थोड़ा जमेदार जे, ना थोड़ा कोई सेनेटर जे, अगर गैरत है जे, ना किसी बाहरों तुहानू रलना है, ना कदे कोई रलिया, ना किसी का हक बनता बाहरों रलना। तुहाडा मुल्क है, तुसीं इन्हां नाल चले बात, इन्हां नहीं रहना, इन्हां इतना की मुल्क नूं लुट लिया, इतना की करदा तुहाडे सिर ते लै लिया, और जालिम दे बच्चे खां गेड़ो ते अपना मुल्क आजाद कराओ जितनी जल्दी हो सकता जे, वरना दुआई खुदा दी जे, ये रोज रोज बेबियां इमरान खान ही जमदी है, ये शहजादे कदे कदे जमदे ने, बहुत ते ना शुक्रिया। रोज रोज अरशे शरीफ दुनिया ते आंदा ते ना इमरान रियाज खान सच बोलने वाला, जेड़ा पूरी फैमिली लैके शुदा बाहर आके तुहाडे कोल मैनचेस्टर बैठे। चलो बहुत शुक्रिया। मैं इंशाअल्लाह हुण शाद गल करने लंबी नहीं होंदी, मैं कोशिश करनी, मैं हफ्ते 10 दिन अंदर इंग्लैंड आउणा, चलो मैं कोशिश करनी है, ਤੁਹਾਡੇ ਨਾਲ मैं एक ਮੁਲਾਕਾਤ दो ਹੋਏਗੀ बंदे ਫਿਰ, देख ने जी ਤੁਹਾਡੇ ਨਾਲ ਮੁਲਾਕਾਤ ਕਰਾਂਗੇ ਫਿਰ ਅਸੀਂ ਵੀ ਇਨਸ਼ਾਅੱਲਾ, ਠੀਕ ਹੈ। इंशाअल्लाह मैं तुहानू मिल लाऊंगा, फोन मैं कर लांगा, मैं आना उत्थे, मेरे एक दो काम है, कोई मस्जिद वास्ते मैं गराही करनी है, ते कुछ मैं इमरान रियाज खान नाल कोशिश की, मेरा एक दो दोस्त है, मैं ना नहीं लेना चाहता, बड़े चोटी दे बंदे ने, अगर वो सुनते हो मेरे वो बड़े अजीम इंसान ने, मैं उन्होंने कोल बहन दे काबिल नहीं, लेकिन उन्होंने एक खूबी है, एक लाहौर वकील है इमरान खान का, एक और सियासतदान है, दरवेश बंदा है, चलो ठीक वो है। कमिश्नर रहा पहला किसी दौर च, उन्होंने मैं जिस वे फोन करा मेरे फोन का जवाब भी देंगे ने, मेरे नाल किसी ने गल भी कर लेंगे ने, मैं ट्वीट भी करते हैं, ते मैं उन्होंने मैंने एक बंदे ने कहा यकूब यार जाके तुम मेरे रियाज नूं मिल, जेड़ी मैं गल ट्वीट मैंने किया मैं नहीं कर सकता, ते मेरी तरफ उन्होंने सलाम चलो नहीं, बहुत मेरा अपना शुक्रिया, भी दिल है नेक, बड़ा लंबा हो गया ठीक है। प्रोग्राम, बहुत शुक्रिया। अज मेरे वास्ते दुआ करियो, मेरे बच्चे वास्ते मैं तुहाडे वास्ते दुआ करना, बड़ी मेहरबानी। अस्सलाम वालेकुम व रहमतुल्लाहि व बरकातहू। नाज़रीन यकूब साहब से प्रोग्राम अभी सुन रहे थे आप, चैनल को सब्सक्राइब कर लें, जुड़े रहें हमारे साथ।